Hello students, how are you? We have completed second lesson, the tiger in the tunnel, and I hope you will have written questions on your fair notebook. Now we are going to start unit second poem Mother's Day, written by Shiv K. Kumar. Let's start the summary of the poem. In this poem, the poet says that people in India ਸੈਲੀਬ੍ਰੇਟ ਦੀ ਮਦਰਸ ਡੇ ਬਟ ਇਨ ਅ ਡਿਫਰੈਂਟ ਵੇ। ਇਸ ਪੋਇਮ ਦੇ ਵਿੱਚ ਕਵੀ ਜੋ ਹੈ ਉਹ ਕਹਿੰਦਾ ਹੈ ਕਿ ਭਾਰਤ ਵਿੱਚ ਜੋ ਲੋਕ ਨੇ ਉਹ ਮਦਰਸ ਡੇ ਮਨਾਉਂਦੇ ਹਨ ਲੇਕਿਨ ਅਲੱਗ ਤਰੀਕੇ ਨਾਲ। ਦੇ ਡੋਂਟ ਸੈਲੀਬ੍ਰੇਟ ਇਟ ਜਸਟ ਵਨਸ ਅ ਈਅਰ ਲਾਈਕ ਦੀ ਪੀਪਲ ਆਫ ਅਦਰ ਕੰਟਰੀਜ਼। ਜਿਹੜੇ ਭਾਰਤੀ ਲੋਕ ਨੇ ਉਹ ਦੂਸਰੇ ਦੇਸ਼ਾਂ ਦੇ ਲੋਕਾਂ ਦੀ ਤਰ੍ਹਾਂ ਸਾਲ ਵਿੱਚ ਇੱਕ ਵਾਰ ਮਦਰਸ ਡੇ ਸੈਲੀਬ੍ਰੇਟ ਨਹੀਂ ਕਰਦੇ। ਦੇ ਡੋਂਟ ਅਡੋਰ ਦੇਅਰ ਮਦਰਸ ਇਨ ਫਾਲਸ ਵਰਡਸ। ਉਹ ਝੂਠੇ ਸ਼ਬਦਾਂ ਦੇ ਵਿੱਚ ਆਪਣੀ ਮਾਂ ਦੀ ਆਰਾਧਨਾ ਨਹੀਂ ਕਰਦੇ। ਦੇ ਡੋਂਟ ਪ੍ਰੈਜ਼ੈਂਟ ਦੇਅਰ ਮਦਰਸ ਅ ਸਟ੍ਰਿੰਗ ਆਫ ਸਪੂਰੀਅਸ ਪੋਇਮਸ। ਉਹ ਭੇਂਟ ਨਹੀਂ ਕਰਦੇ। ਉਹ ਅ ਸਟ੍ਰਿੰਗ ਆਫ ਸਪੂਰੀਅਸ ਪੋਇਮਸ ਇੱਕ ਬਨਾਵਟੀ ਕਵਿਤਾਵਾਂ ਦੀ ਲੜੀ ਆਪਣੀਆਂ ਮਦਰਸ ਨੂੰ ਭੇਂਟ ਨਹੀਂ ਕਰਦੇ। ਕੈਪਟ ਸੇਫਲੀ ਇਨ ਅ ਬੁਕੇ, ਜਿਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਇੱਕ ਬੁਕੇ, ਇੱਕ ਗੁਲਦਸਤੇ ਦੇ ਵਿੱਚ, ਜੋ ਕਿਸ ਸ਼ੇਪ ਦਾ ਹੁੰਦਾ ਹੈ? ਲਾਈਕ ਅ ਚਾਈਨੀਜ਼ ਹਾਊਸ ਆਫ ਡ੍ਰੀਮਸ ਸ਼ੇਪ ਦਾ। ਅ ਚਾਈਨੀਜ਼ ਹਾਊਸ ਆਫ ਡ੍ਰੀਮ ਮੀਨਸ, ਚਾਈਨੀਜ਼ ਹਾਊਸ ਆਫ ਡ੍ਰੀਮਸ ਦਾ ਮਤਲਬ ਹੈ ਅ ਵਰਲਡ ਆਫ ਇਮੇਜੀਨੇਸ਼ਨ, ਕਲਪਨਾ ਦਾ ਸੰਸਾਰ। ਹੇਅਰ ਦੀ ਪੋਇਟ ਰਿਡੀਕਿਊਲਸ ਦੀ ਫੋਰਨ ਕਸਟਮ ਆਫ ਆਨਰਿੰਗ ਦੀ ਮਦਰ। ਇੱਥੇ ਜੋ ਕਵੀ ਹੈ ਉਹ ਮਜ਼ਾਕ ਉਡਾਉਂਦਾ ਹੈ ਜੋ ਮਾਂ ਦੀ ਜੋ ਆਨਰਿੰਗ ਹੈ, ਜੋ ਮਾਂ ਦਾ ਸਨਮਾਨ ਜੋ ਹੈ, ਜੋ ਇੱਕ ਵਿਦੇਸ਼ੀ ਰਿਵਾਜ਼ ਹੈ, ਮਾਂ ਦੇ ਸਨਮਾਨ ਦਾ ਜੋ ਇੱਕ ਵਿਦੇਸ਼ੀ ਰਿਵਾਜ਼ ਹੈ ਉਸ ਦੀ ਉਹ ਆਲੋਚਨਾ ਕਰਦਾ ਹੈ। ਹੀ ਵਾਂਟਸ ਟੂ ਸੇ, ਉਹ ਕਹਿਣਾ ਚਾਹੁੰਦਾ ਹੈ ਕਿ ਇੰਡੀਅਨ ਪੀਪਲ ਡੋਂਟ ਆਨਰ ਦੇਅਰ ਮਦਰਸ ਵਿਦ ਵਰਡਸ ਓਨਲੀ। ਉਹ ਕਹਿਣਾ ਚਾਹੁੰਦਾ ਹੈ ਕਿ ਜੋ ਭਾਰਤੀ ਲੋਕ ਨੇ ਉਹ ਆਪਣੀਆਂ ਮਾਵਾਂ ਦਾ ਸਨਮਾਨ ਸਿਰਫ ਸ਼ਬਦਾਂ ਰਾਹੀਂ ਨਹੀਂ ਕਰਦੇ, ਸਗੋਂ ਦੇ ਆਨਰ, ਉਹ ਸਨਮਾਨ ਕਰਦੇ ਨੇ ਆਪਣੀਆਂ ਮਦਰਸ ਦਾ ਥਰੂ ਦੇਅਰ ਐਕਸ਼ਨਸ, ਕਰਮਾਂ ਦੇ ਦੁਆਰਾ, ਉਹਨਾਂ ਦੇ ਲਈ ਕੁਝ ਕਰਮ ਕਰਕੇ। ਦੈਨ ਦੀ ਪੋਇਟ ਸੇਜ਼ ਦੈਟ ਹਿਜ਼ ਮਦਰ ਇਜ਼ ਅ ਬਿਟ ਮੋਰ ਡਿਮਾਂਡਿੰਗ। ਇੱਥੇ ਜੋ ਕਵੀ ਹੈ ਉਹ ਕਹਿੰਦਾ ਹੈ ਕਿ ਜੋ ਉਸਦੀ ਮਦਰ ਹੈ ਉਹ ਥੋੜ੍ਹੀ ਜਿਹੀ ਜ਼ਿਆਦਾ ਇੱਛਾ ਰੱਖਦੀ ਹੈ, ਥੋੜ੍ਹੀ ਜਿਹੀ ਜ਼ਿਆਦਾ ਉਮੀਦ ਰੱਖਦੀ ਹੈ। ਸ਼ੀ ਵਾਂਟਸ ਹਰ ਸਨ, ਉਹ ਚਾਹੁੰਦੀ ਹੈ ਕਿ ਉਸਦਾ ਲੜਕਾ ਟੂ ਪੇ ਹਰ ਓਬੀਸੈਂਸ ਐਟ ਈਚ ਸਨਰਾਈਜ਼। ਉਹ ਕੀ ਚਾਹੁੰਦੀ ਹੈ ਆਪਣੇ ਲੜਕੇ ਤੋਂ ਕਿ ਸੂਰਜ ਚੜ੍ਹਨ 'ਤੇ ਉਹ ਆਪਣੀ ਮਾਂ ਨੂੰ ਪ੍ਰਣਾਮ ਕਰੇ। ਹੀਅਰ ਦੀ ਪੋਇਟਸ ਮਦਰ ਰੈਫਰਸ ਟੂ ਐਨ ਇੰਡੀਅਨ ਮਦਰ। ਇੱਥੇ ਜੋ ਪੋਇਟ ਦੀ ਮਦਰ ਹੈ ਉਹ ਰੈਫਰ ਕਰਦੀ ਹੈ ਇੰਡੀਅਨ ਮਦਰ ਨੂੰ। ਐਂਡ ਇੰਡੀਅਨ ਮਦਰ ਲਵਸ ਹਰ ਚਿਲਡਰਨ ਵੈਰੀ ਡੀਅਰਲੀ। ਇੱਕ ਜੋ ਭਾਰਤੀ ਮਾਂ ਹੈ ਉਹ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਲਵ ਕਰਦੀ ਹੈ। ਸ਼ੀ ਆਲਵੇਜ਼ ਵਰੀਜ਼ ਅਬਾਊਟ ਦੀ ਵੈਲਫੇਅਰ ਆਫ ਹਰ ਚਿਲਡਰਨ। ਉਹ ਆਪਣੇ ਬੱਚਿਆਂ ਦੀ ਭਲਾਈ ਦੇ ਲਈ ਹਮੇਸ਼ਾ ਚਿੰਤਾ ਕਰਦੀ ਹੈ। ਸ਼ੀ ਬਿਲੀਵਸ ਦੈਟ ਹਰ ਬਲੈਸਿੰਗਸ ਵੁੱਡ ਕੈਪਟ ਆਲ ਦੀ ਇਲਸ ਅਵੇ ਫਰੋਮ ਹਰ ਚਿਲਡਰਨ। ਔਰ ਉਹ ਵਿਸ਼ਵਾਸ ਰੱਖਦੀ ਹੈ ਕਿ ਜੋ ਉਸ ਦੀਆਂ ਬਲੈਸਿੰਗਸ ਨੇ ਉਹ ਉਸ ਦੇ ਬੱਚਿਆਂ ਤੋਂ ਜੋ ਬੁਰਾਈਆਂ ਨੇ ਉਹਨਾਂ ਨੂੰ ਦੂਰ ਰੱਖੇਗੀ। ਜੋ ਉਸ ਦੀ ਬਲੈਸਿੰਗਸ ਨੇ ਉਹ ਕਿਹਨਾਂ ਨੂੰ ਦੂਰ ਰੱਖੇਗੀ? ਬੁਰਾਈਆਂ ਨੂੰ, ਉਸ ਦੇ ਬੱਚਿਆਂ ਤੋਂ। ਸੋ ਸ਼ੀ ਵਾਂਟਸ ਦੈਮ ਟੂ ਟੱਚ ਹਰ ਫੀਟ ਐਵਰੀ ਮੋਰਨਿੰਗ। ਇਸ ਲਈ ਉਹ ਚਾਹੁੰਦੀ ਹੈ ਕਿ ਜੋ ਉਹਨਾਂ ਦੇ ਬੱਚੇ ਨੇ ਉਹ ਹਰ ਸਵੇਰ ਉਸ ਦੇ ਪੈਰਾਂ ਨੂੰ ਹੱਥ ਲਾਉਣ। ਐਂਡ ਟੇਕਸ ਹਰ ਬਲੈਸਿੰਗਸ, ਔਰ ਉਸ ਤੋਂ ਬਲੈਸਿੰਗਸ ਲੈਣ ਬਿਫੋਰ ਸਟਾਰਟਿੰਗ ਅ ਨਿਊ ਡੇ, ਇੱਕ ਨਵੇਂ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ। Then the poet says that his mother wants him to throw a handful of yellow rice to the birds regularly. ਔਰ ਪੋਇਟ ਕੀ ਕਹਿੰਦਾ ਹੈ ਕਿ ਜੋ ਇੱਕ ਭਾਰਤੀ ਮਾਂ ਹੈ ਉਹ ਚਾਹੁੰਦੀ ਹੈ ਕਿ ਮੁੱਠੀ ਪਰ ਚਾਵਲ ਉਹ ਪੰਛੀਆਂ ਨੂੰ ਰੋਜ਼ਾਨਾ ਸੁੱਟੇ। She asks him to do it like a devotee. ਉਹ ਉਸ ਨੂੰ ਕਹਿੰਦੀ ਹੈ ਕਿ ਉਹ ਇਹ ਕੰਮ ਕਰੇ ਇੱਕ ਸ਼ਰਧਾਲੂ ਦੀ ਤਰ੍ਹਾਂ। In other words, an Indian mother wants to make her children kind to the birds and animals. ਔਰ ਦੂਸਰੇ ਸ਼ਬਦਾਂ ਵਿੱਚ ਜੋ ਇੱਕ ਭਾਰਤੀ ਮਾਂ ਹੈ ਉਹ ਚਾਹੁੰਦੀ ਹੈ ਕਿ ਜੋ ਉਸ ਦੇ ਬੱਚੇ ਨੇ ਉਹ ਪਸ਼ੂਆਂ ਦੇ ਪ੍ਰਤੀ ਵੀ ਔਰ ਪੰਛੀਆਂ ਦੇ ਪ੍ਰਤੀ ਵੀ ਦਿਆਲੂ ਹੋਣ। She demands only this much from her children. ਔਰ ਉਹ she demands only this much, ਉਹ ਆਪਣੇ ਬੱਚਿਆਂ ਤੋਂ ਸਿਰਫ ਇਹੀ ਇੱਛਾ ਰੱਖਦੀ ਹੈ
Then the poet says that worshipping an idol just once a year by holding a candelabrum to it is all useless। और पोइट की कहता है कि एक मूर्ति की पूजा करना साल विच एक बार दीपमाला फड़ के मूर्ति की पूजा करना व्यर्थ है। इट इज़ नथिंग बट शोइंग डिसरिस्पैक्ट टू इट। ये कुछ भी नहीं सिवाय अनादर प्रकट करन तो। इन द सेम वे ऑनरिंग वंस मदर वंस अ ईयर इज़ नथिंग बट शोइंग डिसरिस्पैक्ट टू हर। और उस तरह साल विच एक बार अपनी मां नूं सन्मान देना एक कुछ भी नहीं सिवाय उस दे प्रति अनादर प्रकट करन तो। द पोइट सेज दैट वट वैन एवर ही सीज अ कैटरपिलर। पोइट कहता है कि जद कदे भी वो वेखदा है एक कैटरपिलर नूं, अ स्मॉल क्रिएचर लाइक अ वॉर्म, एक छोटे कीड़े नूं जदों वो देखदा है किस दे वल जांदे होए, पैंसी प्लांट दे वल। पोइट कहता है कि जद कदे भी वो एक कैटरपिलर नूं एक क्रिएचर लाइक अ वॉर्म जदों उस नूं वेखदा है एक पैंसी प्लांट दे वल जांदी होई तां ही काल्स अपॉन हिज डेटी, तो वो अपनी डेटी अपनी मां नूं जिसनूं वो पूजन योग मनदा है उसनूं वो बुलाउंदा है। एंड वैन एवर ही हीयर्स द फीयरफुल नॉइज ऑफ द लॉन्ग लाउड साउंड ऑफ द स्ट्रोंग विंड। जद कदे भी वो सुनता है भयानक आवाज़ एक तेज हवा दी तो ही कॉल्स अपॉन हिज मदर, तो अपनी मां नूं याद करता है। ही सेज वो कहता है कि समटाइम्स ही कॉल्स अपॉन हिज डेटी ट्वाइस अ डे। और वो कहता है कि कई बार वो अपनी डेटी नूं अपने ईश्वर नूं अपनी जो उसकी मदर है जिसनों ईश्वर की तरह मनता है उसनों दिन विच 2 बार याद करता है। वैदर ही इज़ अमेज्ड टू सी एनीथिंग और ही इज़ फ्राइटन मदर कम्स टू हिज माइंड फर्स्ट। जद कदे भी वो किसी चीज़ नूं वेख के हैरान होता है जद कदे भी वो डरता है तो मदर कम्स टू हिज माइंड फर्स्ट। जो माँ शब्द है जो माँ है उस दे माइंड में सब तो पहला आती है। एंड ही कॉल्स अपॉन हर, और वो फिर उसनों याद करता है। नो मैटर हाउ मैनी टाइम्स अ डे। ये कोई मैटर वाली गल नहीं कि वो दिन विच अपनी मदर नूं कितनी बार याद करता है। द पोइट कंक्लूड्स द पोइम विद द आइडिया, और जो पोइट है वो कंक्लूड करता है पोइम नूं इस विचार दे नाल दैट एट ऑल टाइम्स ईदर इन जॉय और सोरो, भावें दुख होवे जां सुख होवे वी कॉल अपॉन अवर मदर टू बी विद अस। ਅਸੀਂ ਆਪਣੀ ਮਾਂ ਨੂੰ ਯਾਦ ਕਰਦੇ ਹਾਂ ਜੋ ਸਦਾ ਸਾਡੇ ਨਾਲ ਰਹਿੰਦੀ ਹੈ। ਦੈਨ ਹਾਊ ਕੈਨ ਵੀ ਡਿਸਾਈਡ ਜਸਟ ਵਨ ਡੇ ਇਨ ਅ ਈਅਰ ਟੂ ਹਰ। ਫਿਰ ਅਸੀਂ ਕਿਸ ਤਰ੍ਹਾਂ ਡੈਡੀਕੇਟ, ਦੈਨ ਹਾਊ ਕੈਨ ਵੀ ਡੈਡੀਕੇਟ, ਫਿਰ ਅਸੀਂ ਕਿਸ ਤਰ੍ਹਾਂ ਸਮਰਪਿਤ ਕਰ ਸਕਦੇ ਹਾਂ ਉਸ ਦੇ ਲਈ ਸਾਲ ਵਿੱਚ ਇੱਕ ਦਿਨ। ਫਿਰ ਅਸੀਂ ਉਸ ਦੇ ਲਈ ਸਾਲ ਦੇ ਵਿੱਚ ਇੱਕ ਦਿਨ ਲਈ ਆਪਣੀ ਮਾਂ ਨੂੰ ਕਿਸ ਤਰ੍ਹਾਂ ਸਮਰਪਿਤ ਕਰ ਸਕਦੇ ਹਾਂ। ਥੈਂਕਸ।